ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜੇ ਹੋਏ ਹੋ ਬਿਟਕੋਇਨ ਪੰਜਾਬ ਦੇ ਨਾਲ ਤੇ ਹਰ ਹਫਤੇ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਕ੍ਰਿਪਟੋ ਮਾਰਕੀਟਸ ਦੇ ਬਾਰੇ, ਕੀ ਨਵੀਆਂ ਅਪਡੇਟਸ ਆ ਰਹੀਆਂ। ਤੇ ਮੇਰਾ ਨਾਮ ਹੈ ਰਵਨੀਤ ਕੌਰ ਤੇ ਨਾਲ ਮੇਰੇ ਨੇ ਕੋ-ਹੋਸਟ ਅੰਗਦ ਸਿੰਘ। ਅੰਗਦ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਹਫਤੇ ਆਪਾਂ ਗੱਲ ਕਰਾਂਗੇ ਬਿਟਕੋਇਨ ਦੇ ਪ੍ਰਾਈਸ ਦੇ ਬਾਰੇ ਤੇ ਆਪਾਂ ਥੋੜੀ ਬਹੁਤ ਗੱਲ ਕਰਾਂਗੇ ਰਿਪਲ ਦੇ ਬਾਰੇ ਤੇ ਉਹਦੇ ਥੋੜੀ ਜਿਹੀ ਪ੍ਰਾਈਸ ਐਨਾਲਿਸਿਸ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰਫੈਕਟ, ਐਗਜ਼ੈਕਟਲੀ। ਅਸੀਂ ਇਸ ਹਫਤੇ ਇਸ ਐਪੀਸੋਡ ਦੇ ਵਿੱਚ ਗਾਇਸ ਨਾਲ ਰਿਪਲ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ, which is also known as XRP। ਤੇ ਜੇ ਤੁਸੀਂ ਸਪੈਸ਼ਲੀ ਇੰਡੀਆ ਦੇ ਵਿੱਚ ਹੋ ਤੇ 2017 ਦੇ ਵਿੱਚ ਜੇ ਤੁਸੀਂ ਬਿਟਕੋਇਨ ਦੀ ਉਹਦੇ ਵਿੱਚ ਨਿਵੇਸ਼ ਕੀਤਾ ਸੀ, ਇਨਵੈਸਟ ਕੀਤਾ ਸੀ, ਤੇ ਤੁਸੀਂ ਡੈਫੀਨਿਟਲੀ XRP ਦੇ ਬਾਰੇ ਵੀ ਸੁਣਿਆ ਹੋਣਾ ਹੈ, ਜਿਹੜਾ ਸਭ ਤੋਂ one of the top popular coins ਹੈਗਾ। ਤੇ guys, CoinGecko ਦੀ ਵੈਬਸਾਈਟ ਤੇ XRP is the third most popular cryptocurrency ਦੁਨੀਆ ਦੇ ਵਿੱਚ ਤੇ ਇਹਦਾ ਟੋਟਲ ਮਾਰਕੀਟ ਕੈਪ ਹੈ $24 billion USD। ਇਹਦਾ ਮਤਲਬ ਜਿਹੜਾ ਟੋਟਲ XRP ਦੇ ਜਿਹੜੇ ਟੋਕਨਸ ਨੇ, ਕੋਇਨਸ ਨੇ ਜਿਹੜੇ ਮਾਈਨਡ ਹੋਏ ਨੇ ਤੇ ਜਿਹੜਾ ਟੋਟਲ ਪੈਸਾ ਇਨਵੈਸਟ ਹੋਇਆ ਉਹ ਪੂਰੇ XRP ਦੇ ਨੈਟਵਰਕ ਦੇ ਵਿੱਚ, that's 24 billion। So guys, like I said ਕਿ ਜਿਹੜਾ ਰਿਪਲ ਹੈ ਉਹ ਇਹਦੇ ਦੋ ਨਾਂ ਸ਼ਾਇਦ ਤੁਸੀਂ ਜਾਣਦੇ ਹੋ, XRP ਤੇ ਰਿਪਲ। ਰਿਪਲ ਕੰਪਨੀ ਦਾ ਨਾਮ ਹੈ ਤੇ XRP ਕ੍ਰਿਪਟੋ ਕਰੰਸੀ ਦਾ ਨਾਮ ਹੈ। ਤੇ ਬੇਸਿਕਲੀ XRP ਜਿਹੜੀ ਰਿਪਲ, ਹਾਊ ਇਟਸ ਡਿਫਰੈਂਟ ਫਰਮ ਬਿਟਕੋਇਨ, ਕਿ ਇਹ ਇੱਕ ਬਹੁਤ ਹੀ ਪਪੂਲਰ ਪੇਮੈਂਟ ਮੈਥਡ ਮੰਨਿਆ ਜਾਂਦਾ ਹੈ। ਤੇ ਜੇ ਤੁਸੀਂ ਹੁਣ with XRP ਬਹੁਤ ਸਾਰੀਆਂ ਵੱਡੀਆਂ ਬੈਂਕਸ ਅਰਾਊਂਡ ਦ ਵਰਲਡ, ਆਈ ਥਿੰਕ ਅੰਗਦ, ਜੋ ਆਲਰੇਡੀ ਰਿਪਲ ਦੀ ਸਰਵਿਸ ਨੂੰ ਯੂਜ਼ ਕਰ ਰਹੇ ਨੇ। ਸੋ ਦੇ ਯੂਜ਼ਿੰਗ ਰਿਪਲ ਟੂ ਸੈਂਡ ਮਨੀ ਬੈਕ ਐਂਡ ਫੋਰਥ ਟੂ ਦੇਅਰ ਵੈਂਡਰਸ, ਰਿਮਿਟੈਂਸਸ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਮੇਨ ਡਿਫਰੈਂਸ ਬਿਟਵੀਨ ਬਿਟਕੋਇਨ ਤੇ ਰਿਪਲ, ਕਿ ਜਿਹੜਾ ਬਿਟਕੋਇਨ ਦਾ ਜਿਹੜਾ ਰਿਪਲ ਦਾ ਟ੍ਰਾਂਜੈਕਸ਼ਨ ਟਾਈਮ ਹੈ ਉਹ ਘੱਟ ਹੈ, ਇਟਸ ਵਿਦਿਨ ਸੈਕਿੰਡਸ, ਤੇ ਲੋ ਪ੍ਰੋਸੈਸਿੰਗ ਟਾਈਮਸ ਵੀ ਹੈਗੇ ਨੇ, ਤੇ ਨਾਲ ਆਈ ਥਿੰਕ ਲੋ ਟ੍ਰਾਂਜੈਕਸ਼ਨ ਫੀਸ ਵੀ ਹੈਗੀ ਹੈ ਕੰਪੇਅਰ ਟੂ ਦ ਬਿਟਕੋਇਨ ਮਾਰਕੀਟ, ਬਿਟਕੋਇਨ ਨੈਟਵਰਕ। ਤੋ ਜਿਵੇਂ ਆਪਾਂ ਦੇਖੀਏ ਬਿਟਕੋਇਨ ਤੇ XRP ਦੇ ਵਿੱਚ ਜੋ ਮੇਨ ਡਿਫਰੈਂਸਸ ਹੈਗੇ ਨੇ, ਜਿਵੇਂ ਬਿਟਕੋਇਨ ਹੈ ਉਹ ਪ੍ਰੂਫ ਆਫ ਵਰਕ ਐਲਗੋਰਿਦਮ ਤੇ ਕੰਮ ਕਰਦਾ ਹੈ ਤੇ ਜੋ XRP ਹੈ ਉਹ ਲੈਜਰ ਕੰਸੈਂਸਸ ਪ੍ਰੋਟੋਕਾਲ ਤੇ ਕੰਮ ਕਰਦਾ ਹੈ। ਇਹਦਾ ਇੱਕ ਡਿਫਰੈਂਸ ਇਹ ਹੈਗਾ ਕਿ ਜਿਵੇਂ ਪ੍ਰੂਫ ਆਫ ਵਰਕ ਵਿੱਚ ਕੋਈ ਵੀ ਮਾਈਨਰ ਬਣ ਸਕਦਾ ਹੈ, ਕੋਈ ਵੀ ਬਲੌਕ ਨੂੰ ਵੈਲੀਡੇਟ ਕਰ ਸਕਦਾ ਹੈ ਤੇ ਆਪਣਾ ਕੰਟਰੀਬਿਊਸ਼ਨ ਦੇ ਸਕਦਾ ਉਹਦੇ ਵਿੱਚ। ਲੇਕਿਨ XRP ਦੇ ਵਿੱਚ ਕੀ ਹੈ ਕਿ ਤੁਹਾਨੂੰ ਉਹਨਾਂ ਤੋਂ ਵੈਰੀਫਾਈ, ਇੱਕ ਵੈਲੀਡੇਟਰ ਬਣਨ ਲਈ ਤੁਹਾਨੂੰ ਪਹਿਲਾਂ ਉਹਨਾਂ ਤੋਂ ਵੈਰੀਫਾਈ ਹੋਣਾ ਪੈਂਦਾ ਹੈ। ਤੁਹਾਨੂੰ ਕੰਪਨੀ ਵੈਰੀਫਾਈ ਕਰੇਗੀ ਤਾਂ ਹੀ ਜਾ ਕੇ ਤੁਸੀਂ ਉਹਦੇ ਵਿੱਚ ਆਪਣਾ ਬਲੌਕ ਮਾਈਨ ਕਰ ਸਕਦੇ ਹੋ। ਉਹ ਇੱਕ ਤਰ੍ਹਾਂ ਦੀ ਪਰਮਿਸ਼ਨਡ ਬਲੌਕਚੇਨ ਹੈ। ਤੇ ਜੋ ਹਾਰਡ ਕੈਪ ਹੈ ਬਿਟਕੋਇਨ ਦੀ, ਉਹ 21 ਮਿਲੀਅਨ ਬਿਟਕੋਇਨਸ ਨੇ ਜੋ ਟੋਟਲ ਆ ਸਕਦੇ ਨੇ ਸਪਲਾਈ ਵਿੱਚ, ਤੇ ਉਹ ਗ੍ਰੈਜੂਅਲੀ ਮਾਈਨ ਹੁੰਦੇ ਰਹਿੰਦੇ ਨੇ। ਲੇਕਿਨ ਜੋ XRP ਹੈ ਉਹਦੇ 100 ਬਿਲੀਅਨ XRPs ਨੇ, ਤੇ ਇਹਦੇ ਕਰਕੇ ਕਿ ਉਹਦੀ ਸਪਲਾਈ ਬਹੁਤ ਜ਼ਿਆਦਾ ਹੈ। ਹਾਲਾਂਕਿ 100 ਬਿਲੀਅਨ ਫਿਕਸਡ ਹੈ, ਬਟ 100 ਬਿਲੀਅਨ ਦੇ ਹਿਸਾਬ ਨਾਲ ਉਹਦੀ ਸਪਲਾਈ ਬਹੁਤ ਜ਼ਿਆਦਾ ਹੈ ਤੇ ਸਕੈਰਸਿਟੀ ਘੱਟ ਹੈ। ਤੇ ਇਸ ਲਈ ਵੀ ਇੱਕ ਹੋਰ ਦਿੱਕਤ ਰਿਪਲ ਨਾਲ ਇਹ ਵੀ ਹੈ ਕਿ ਉਹਦੀ ਜੋ ਕੰਪਨੀ ਹੈ ਉਹ ਬਹੁਤ ਜ਼ਿਆਦਾ ਕੋਇਨਸ ਓਨ ਕਰਦੇ ਨੇ। ਉਹਨਾਂ ਦੇ ਕੋਲ ਆਪਣੇ ਕੋਲ, ਉਹਨਾਂ ਦੀ ਟੀਮ ਕੋਲ ਬਹੁਤ ਜ਼ਿਆਦਾ ਕੋਇਨਸ ਹੈਗੇ ਨੇ। ਇਸ ਕਰਕੇ ਬਿਟਕੋਇਨ ਦਾ ਪ੍ਰਾਈਸ ਬਹੁਤ, ਰਿਪਲ ਦਾ ਪ੍ਰਾਈਸ ਬਹੁਤ ਜ਼ਿਆਦਾ ਕੰਟਰੋਲਡ ਰਹਿੰਦਾ ਹੈ। ਹਾਂਜੀ, Thank you, which is very opposite from Bitcoin the network, jeda, and that's also one of the main differences Bitcoin the Ripple the network de vich, ki Bitcoin jeda it's a truly public system, kyunki eh na hi koi individual nu own karda, na hi koi company, na hi koi bank ya government, te eh lokan de people run the system, jiਵੇਂ ਤੁਸੀਂ ਸਮਝਾਇਆ ਸੀ। And as opposed to Ripple, ਜਿਹਦੇ ਵਿੱਚ ਇੱਕ ਕੰਟਰੋਵਰਸ਼ੀਅਲ ਗੱਲ ਸ਼ੁਰੂ ਤੋਂ ਉਹਦੇ ਨਾਲ ਜੁੜੀ ਹੋਈ ਹੈ ਕਿ ਭਾਵੇਂ ਹੀ ਇਹਦਾ ਨੈਟਵਰਕ ਡੀਸੈਂਟਰਲਾਈਜ਼ਡ ਹੈ, ਪਰ ਇਟਸ ਸਟਿਲ a private company, it's still owned by a private, a private company, which is very different in a crypto community, ਕਿਉਂਕਿ ਉੱਥੇ ਹਰ ਚੀਜ਼ ਦਾ ਜਿਵੇਂ ਦਾ ਮੇਨ ਪੁਆਇੰਟ ਇਸ ਕਿ ਜਿਹੜੀ ਪਾਵਰ ਹੋਣੀ ਚਾਹੀਦੀ ਹੈ ਉਹ ਡੀਸੈਂਟਰਲਾਈਜ਼ਡ ਹੋਣੀ ਚਾਹੀਦੀ ਹੈ। ਜਿਵੇਂ ਹੁਣ ਅਸੀਂ ਵੇਖੀਏ ਬਿਗ ਟੈਕ ਕੰਪਨੀਜ਼ ਲਾਈਕ ਫੇਸਬੁੱਕ, ਗੂਗਲ, ਤੇ ਈਵਨ ਦੋ ਇੰਨੀਆਂ ਵੱਡੀਆਂ ਕੰਪਨੀਜ਼ ਨੇ, ਦੇ ਸਟਿਲ ਪ੍ਰਾਈਵੇਟਲੀ ਓਨਡ। ਉਹਦਾ ਮਤਲਬ ਇੱਕ ਇੰਸਟੀਟਿਊਸ਼ਨ ਕੋਲ ਜੇ ਬਹੁਤ ਸਾਰੀ ਪਾਵਰ ਆ ਜਾਏ, ਬਹੁਤ ਸਾਰਾ ਕੰਟਰੋਲ ਆ ਜਾਏ, then they can manipulate a lot of market. So that's been one of the main concerns ਜਿਹੜੇ ਰਿਪਲ ਦੇ ਨਾਲ ਜੁੜੇ ਹੋਏ ਨੇ।
So guys, that was the main sort of difference Bitcoin ਤੇ Ripple ਦੇ ਵਿੱਚ ਕਿ Bitcoin ਸਭ ਤੋਂ highest ਸਭ ਤੋਂ popular cryptocurrency ਹੈਗੀ ਹੈ। Bitcoin is mainly used as a storage of value ਤੇ payments ਲਈ ਵੀ ਕੁਝ ਲੋਕੀ use ਕਰਦੇ ਨੇ, whereas ਜਿਹੜਾ Ripple ਦਾ coin ਹੈ XRP, it's mainly used for payments ਤੇ ਬਹੁਤ ਸਾਰੇ banks ਤੋਂ already ਇਹ service ਉਹਨਾਂ ਦੀ use ਹੋ ਰਹੀ ਹੈ। So guys, so that was basically the difference XRP to Bitcoin ਦੇ ਵਿੱਚ। So Angad, ਕੀ ਤੁਸੀਂ ਸਾਨੂੰ from a technical perspective ਥੋੜਾ pricing ਦੇ ਬਾਰੇ ਸਾਨੂੰ ਦੱਸ ਸਕਦੇ ਹੋ XRP ਦਾ? ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਰਿਪਲ ਇੱਕ ਤਰ੍ਹਾਂ ਦੀ ਨਾ ਹੁਣ ਸਟੇਬਲ ਕਰੰਸੀ ਬਣ ਗਈ ਹੈ, ਬਿਕੋਜ਼ ਰਿਪਲ ਦੀ ਜੋ ਪ੍ਰਾਈਸ ਹੈ ਉਹ ਬਹੁਤ ਮਤਲਬ ਘੱਟ ਫਲਕਚੁਏਸ਼ਨ ਆਉਂਦੀਆਂ ਨੇ ਉਹਦੇ ਵਿੱਚ। ਲੇਕਿਨ ਆਪਾਂ ਇਹ ਚੀਜ਼ ਦੇਖ ਸਕਦੇ ਹਾਂ ਕਿ ਫਰੋਮ ਲਾਸਟ ਮੰਥ ਅਰਾਊਂਡ 22 ਨਵੰਬਰ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਹੈ, ਬਹੁਤ ਜ਼ਿਆਦਾ, ਮਤਲਬ ਡਬਲ ਹੋ ਗਿਆ ਸੀ ਇਹਦਾ ਪ੍ਰਾਈਸ। ਦੈਨ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਥੱਲੇ ਆਇਆ ਤੇ ਫਿਰ ਥੋੜੀ ਜਿਹੀ ਸਾਈਡ ਵੇਵਸ ਦੀ ਕੰਡੀਸ਼ਨ ਵਿੱਚ ਚਲਾ ਗਿਆ। ਤੇ ਉਹ ਇਹ ਸਾਰਾ ਯੂਜ਼ ਕੇਸ ਤੇ ਡਿਪੈਂਡ ਹੈ ਕਿ ਜਿੰਨੇ ਜ਼ਿਆਦਾ ਉਹਦਾ ਯੂਜ਼ ਵਧੇਗਾ, ਸਪਲਾਈ ਐਂਡ ਡਿਮਾਂਡ ਦੀ ਸਾਰੀ ਗੇਮ ਹੈ। ਜੇ ਆਪਾਂ ਹੁਣ ਦੇਖੀਏ ਤੇ ਉਹਦਾ ਪ੍ਰਾਈਸ ਹੁਣ ਆਲਮੋਸਟ ਸਟੇਬਲ ਹੀ ਹੈ, ਬਹੁਤ ਜ਼ਿਆਦਾ ਫਲਕਚੁਏਸ਼ਨ ਨਹੀਂ ਕਰ ਰਿਹਾ, ਇੱਕ ਸਾਈਡਵੇਜ਼ ਦੀ ਕੰਡੀਸ਼ਨ ਵਿੱਚ ਜਾ ਰਿਹਾ। ਬਟ ਆਪਾਂ ਇਹ ਦੇਖ ਸਕਦੇ ਹਾਂ ਚਾਰਟ ਦੇ ਹਿਸਾਬ ਨਾਲ ਕਿ ਜੋ ਰੈਜ਼ਿਸਟੈਂਸ ਹੈ, ਸਾਨੂੰ ਇੱਥੇ ਦੋ ਰੈਜ਼ਿਸਟੈਂਸ ਮਿਲ ਰਹੀਆਂ ਨੇ। ਇੱਕ ਇੱਥੇ ਜੋ ਰੈਜ਼ਿਸਟੈਂਸ ਮਿਲ ਰਹੀ ਹੈ ਉਹ ਹੈ $0.63 ਤੇ, ਤੇ ਜੋ ਦੂਸਰੀ ਮਿਲ ਰਹੀ ਹੈ ਉਹ ਹੈ $0.68 ਤੇ ਇੱਥੇ ਤੱਕ ਰਿਪਲ ਜਾ ਸਕਦਾ ਹੈ ਇਨ ਕਮਿੰਗ ਟਾਈਮ। ਬਟ ਇਹ 4 ਆਵਰਸ ਦਾ ਚਾਰਟ ਹੈ ਤੇ ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ 4 ਆਵਰਸ ਦਾ ਚਾਰਟ ਹੈ ਤਾਂ ਇਹਦਾ ਮਤਲਬ ਹੈ ਕਿ ਇੱਕ ਅਸੀਂ ਲੌਂਗ ਟਾਈਮ ਫਰੇਮ ਦੇਖ ਰਹੇ ਹਾਂ। ਇਹ ਬਹੁਤ ਜ਼ਰੂਰੀ ਨਹੀਂ ਹੈ ਕਿ ਹੁਣੇ ਜਾਏਗਾ ਜਾਂ ਕੱਲ ਜਾਏਗਾ, ਹੋ ਸਕਦਾ ਹੈ 3-4 ਦਿਨ ਵੀ ਲਏ, 4-5 ਕੈਂਡਲਸ ਪੂਰੀ ਹੋਣ, ਦੈਨ ਉਹਦੇ ਤੋਂ ਬਾਅਦ ਹੀ ਇਹ ਜਾਏ। ਤੇ ਆਪਾਂ ਟ੍ਰੇਡਿੰਗ ਕਰਨੇ ਤੋਂ ਪਹਿਲਾਂ ਹਮੇਸ਼ਾ ਚਾਰਟ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਆਪਾਂ ਇੱਕ ਇਨਫੋਰਮਡ ਡਿਸੀਜਨ ਲੈ ਸਕੀਏ। Perfect. Thank you for that, Angad. ਤੇ guys, ਜੇ ਤੁਸੀਂ Ripple ਦੇ ਬਾਰੇ ਹੋਰ ਕੁਝ ਜਾਣਨਾ ਚਾਹੁੰਦੇ ਹੋ from the company perspective ਜਾਂ from the technical trading analysis perspective, ਜੇ ਤੁਹਾਡੇ ਕੋਈ questions ਨੇ, please let us know in the comments and we will make sure ਕਿ we get back to you on that. So talking about price, Angad, ਜੇ ਹੁਣ ਅਸੀਂ ਗੱਲ ਕਰੀਏ Bitcoin ਦੇ ਬਾਰੇ, last week ਅਸੀਂ ਇੱਕ ਵੀਡੀਓ ਕੀਤੀ ਸੀ ਥੋੜੇ ਦਿਨ ਪਹਿਲਾਂ, straight after ਜਦੋਂ Bitcoin ਨੇ ਦਾ highest cross recorded price cross ਕਰ ਲਿਆ ਸੀ ਤੇ it was just going up and up at the time। ਹੁਣ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਖਾਸ difference ਨਹੀਂ ਰਿਹਾ ਹੈ, ਪਰ market ਬਹੁਤ ਹੀ healthy ਲੱਗ ਰਹੀ ਹੈ। Bitcoin ਨੇ around Wednesday last week price pick up ਕਰਨਾ ਸ਼ੁਰੂ ਕੀਤਾ ਤੇ I think Wednesday ਨੂੰ 19,400 ਤੇ ਬੈਠਾ ਸੀ। ਤੇ guys, maximum ਜਿਹੜਾ ਅੱਜ ਤੱਕ Bitcoin ਨੇ hit ਕੀਤਾ ਹੈ last week ਤੋਂ ਪਹਿਲਾਂ, that's 20,000 ਤੇ Thursday ਨੂੰ not only did it cross 20,000 but it reached over 23,000। so 21, 22, 23 ਇਹ ਸਾਰੇ ਨਵੇਂ records ਹੁਣੇ set ਹੋ ਰਹੇ ਨੇ, ਰੋਜ਼ ਪਤਾ ਨਹੀਂ ਨਵਾਂ ਕੋਈ record set ਹੋ ਸਕਦਾ ਹੈ। so it's a very very exciting time, guys। ਤੇ Thursday ਤੋਂ ਲੈ ਕੇ ਹੁਣ ਤੱਕ Bitcoin ਦਾ ਜਿਹੜਾ ਪ੍ਰਾਈਸ ਹੈ it's remained consistent 23,000 ਤੋਂ ਲੈ ਕੇ 24,000 ਦੇ ਵਿੱਚ ਹੀ ਰਿਹਾ। ਤੇ ਹੁਣੇ ਜੋ ਸਥਿਤੀ ਹੈ ਕਿ 24,000 ਦਾ ਜੋ ਪ੍ਰਾਈਸ ਹੈ ਉੱਥੇ ਉਹਦਾ ਟੈਸਟ ਹੋ ਰਿਹਾ, ਉਹਦਾ ਰੈਜ਼ਿਸਟੈਂਸ ਜਿਹੜਾ ਬੈਰੀਅਰ ਉਹਦਾ ਬ੍ਰੇਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਅੰਗਦ, ਕੀ ਐਕਸਪੈਕਟੇਸ਼ਨਸ, ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ Bitcoin ਤੋਂ ਦਿਸ ਵੀਕ? ਤੁਹਾਨੂੰ ਲੱਗਦਾ ਹੈ ਮੋਰ ਰਿਕਾਰਡ ਹਾਈਟਸ ਜਾਂ ਮੇਬੀ ਡੰਪ ਕਮਿੰਗ ਅਪ? ਡੰਪ ਤੇ ਹੁਣ ਨਹੀਂ ਕਹਿ ਸਕਦੇ ਕਿ ਮਾਰਕੀਟ ਇਸ ਟਾਈਮ ਤੇ ਨਾ ਬਹੁਤ ਜ਼ਿਆਦਾ ਬੁਲਿਸ਼ ਹੈ, ਕਿਉਂਕਿ ਇੰਸਟੀਟਿਊਸ਼ਨਲ ਇਨਵੈਸਟਮੈਂਟਸ ਵੀ ਲਾਸਟ ਵੀਕ ਤੋਂ ਵੀ ਬਹੁਤ ਕੁਝ ਸੁਣਨ ਨੂੰ ਮਿਲਿਆ ਕਿ $1 ਬਿਲੀਅਨ ਦੀ ਇਨਵੈਸਟਮੈਂਟ ਆ ਰਹੀ ਹੈ, ਜਾਂ ਬਹੁਤ ਸਾਰੇ ਇਨਵੈਸਟਰਸ ਕਹਿ ਰਹੇ ਨੇ ਕਿ ਆਪਾਂ ਇਹਦੀ ਤਰਫ ਦੇਖ ਰਹੇ ਹਾਂ। ਹੁਣ ਜਿਵੇਂ ਆਪਾਂ ਦੇਖੀਏ ਕਿ ਇਲਨ ਮਸਕ ਨੇ ਵੀ ਇਹਦੇ ਬਾਰੇ ਟਵੀਟ ਕੀਤਾ ਤੇ ਉਹ ਇੱਕ ਥੋੜਾ ਜਿਹਾ ਪੋਜ਼ਿਟਿਵ ਸਾਈਨ ਤੇ ਜਾ ਰਿਹਾ ਕਿ ਜੋ ਵੱਡੇ ਵੱਡੇ ਬਿਲੀਅਨਰਸ ਨੇ ਜਾਂ ਵੱਡੇ ਵੱਡੇ ਇਨਵੈਸਟਰਸ ਨੇ ਉਹ ਇਹਦੀ ਤਰਫ ਅੱਖ ਰੱਖ ਰਹੇ ਨੇ ਕਿ ਆਪਾਂ ਦੇਖੀਏ ਤੇ ਬਿਟਕੋਇਨ ਨੂੰ ਇੱਕ ਹੋ ਸਕਦਾ ਹੈ ਕਿ ਉਹ ਥੋੜਾ ਜਿਹਾ ਇਹਨੂੰ ਡੰਪ ਜ਼ਰੂਰ ਕਰਾਂ, ਥੋੜੀ ਨੈਗੇਟਿਵ ਨਿਊਜ਼ ਲਿਆ ਕੇ ਉਹ ਕਰਕੇ, ਲੇਕਿਨ ਐਟ ਦੀ ਐਂਡ ਉਹਨਾਂ ਦਾ ਡੰਪ ਕਰਨ ਦਾ ਇਹੀ ਮੋਟਿਵ ਹੈ ਕਿ ਆਪਾਂ ਸਸਤੇ ਤੋਂ ਸਸਤੇ ਵਿੱਚ ਖਰੀਦ ਲਈਏ। ਸਾਡੇ ਲਈ ਉਹ ਸਸਤਾ ਮਹਿੰਗਾ ਹੋ ਸਕਦਾ ਹੈ, ਲੇਕਿਨ ਉਹਨਾਂ ਲਈ ਉਹ ਸਸਤਾ 22,000 ਜਾਂ 23,000 ਜਾਂ 20,000 ਵੀ ਹੋ ਸਕਦਾ ਹੈ। ਤੇ ਸਾਨੂੰ ਦੇਖਣਾ ਪਏਗਾ ਮਾਰਕੀਟ ਨੂੰ। Absolutely। ਉਹਨਾਂ ਲਈ ਜਿਵੇਂ ਹੁਣ ਮਾਈਕਲ ਸੇਲਰ ਨੇ ਆਪਣੇ ਟਵੀਟ ਦੇ ਵਿੱਚ ਲਾਸਟ ਨਾਈਟ ਟੂ ਇਲਨ ਮਸਕ ਕਿਹਾ ਕਿ ਮੈਂ ਇਨ ਦ ਲਾਸਟ 7 months $1.3 billion USD ਬਿਟਕੋਇਨ ਦੇ ਵਿੱਚ ਪਾਏ ਨੇ। ਤੇ ਮੈਂ ਸਾਰੇ ਆਪਣੇ ਜੋ ਦਰਸ਼ਕ ਨੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ
ਹੁਣ ਇਹ ਟਾਈਮ ਇਦਾਂ ਦਾ ਹੈ ਕਿ ਬਿਟਕੋਇਨ ਬਹੁਤ ਜ਼ਿਆਦਾ ਪੰਪ ਹੋ ਰਿਹਾ, ਤੇ ਆਪਾਂ ਟਰਾਈ ਕਰੀਏ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਆਪਣਾ ਪੋਰਟਫੋਲੀਓ ਬਿਟਕੋਇਨ ਵਿੱਚ ਰੱਖੀਏ, ਕਿਉਂਕਿ ਆਪਾਂ ਹਮੇਸ਼ਾ ਦੇਖਦੇ ਆਏ ਹਾਂ ਜਦ ਵੀ ਬਿਟਕੋਇਨ ਉੱਤੇ ਜਾਂਦਾ ਹੈ ਤੇ ਆਲਟ ਕੋਇਨਸ ਥੱਲੇ ਜਾਂਦੇ ਨੇ, ਆਲਟ ਕੋਇਨਸ ਹਮੇਸ਼ਾ ਡੰਪ ਹੁੰਦੇ ਹੀ ਨੇ, ਕਿਉਂਕਿ ਉਹਦਾ ਇੱਕ ਸਿੰਪਲ ਜਿਹਾ ਰੀਜ਼ਨ ਹੈ ਕਿ ਜਦ ਬਿਟਕੋਇਨ ਉੱਤੇ ਜਾਏਗਾ ਤੇ ਆਲਟ ਕੋਇਨ ਦੀ ਉਹਦੇ ਪ੍ਰਾਈਸ ਵਿੱਚ ਰੀਬੇਸਿੰਗ ਹੁੰਦੀ ਹੈ, ਤੇ ਉਹ ਰੀਬੇਸਿੰਗ ਵਿੱਚ ਉਹਦੇ ਸਤੋਸ਼ੀਜ਼ ਕੱਟਣਗੇ ਹੀ, ਚਾਹੇ ਉੱਥੇ ਜਾਏ ਚਾਹੇ ਉਹ ਥੱਲੇ ਜਾਏ, ਤੇ ਉਹ ਆਲਟ ਕੋਇਨਸ ਤੇ ਬਹੁਤ ਵੱਡਾ ਇੱਕ ਇਫੈਕਟ ਪਾ ਦਿੰਦਾ ਹੈ। ਤੇ ਰਾਦਰ ਦੈਨ ਆਪਾਂ ਆਲਟ ਕੋਇਨ ਵਿੱਚ ਰਹੀਏ, ਆਪਾਂ ਬਿਟਕੋਇਨ ਵਿੱਚ ਕਿਉਂ ਨਾ ਰਹੀਏ, ਕਿਉਂਕਿ ਬਿਟਕੋਇਨ ਸਾਨੂੰ ਜ਼ਿਆਦਾ ਗੇਨਸ ਦੇਗਾ। ਫਿਰ ਜਦ ਇੱਕ ਵਾਰੀ ਮਾਰਕੀਟ ਸਟੇਬਲ ਹੋ ਜਾਏ, ਜਦ ਉਹ ਇੱਕ ਸਾਈਡ ਵੇਵ ਦੀ ਅਗਰ ਥੋੜੀ ਕੰਡੀਸ਼ਨ ਆ ਜਾਏ, ਤੇ ਉਸ ਤੋਂ ਬਾਅਦ ਆਲਟ ਕੋਇਨਸ ਪੰਪ ਕਰਨਾ ਸ਼ੁਰੂ ਕਰਦੇ ਨੇ, ਤੇ ਉਸ ਤੋਂ ਬਾਅਦ ਆਪਾਂ ਟ੍ਰੇਡ ਕਰੀਏ। ਆਪਾਂ ਉਹ ਦੇਖੀਏ ਨਾ ਮਾਰਕੀਟ ਨੂੰ ਕਿ ਲਾਈਕ ਹੁਣ ਵੱਧ ਰਿਹਾ ਤੇ ਇੱਥੇ ਪਾ ਦੋ, ਜਾਂ ਘਟ ਰਿਹਾ ਤੇ ਹੁਣ ਖਰੀਦ ਲਓ ਵਗੈਰਾ ਵਗੈਰਾ। ਥੋੜਾ ਜਿਹਾ ਆਪਾਂ ਮਾਰਕੀਟ ਨੂੰ ਇੱਕ ਕੌਸ਼ਨ ਦੇ ਨਾਲ ਵੇਖਣਾ, ਤੇ ਧਿਆਨ ਨਾਲ ਮਾਰਕੀਟ ਸਟੱਡੀ ਕਰਨੀ ਹੈ ਤੇ ਦੈਨ ਐਂਟਰ ਹੋਣਾ ਹੈ। ਇਹ ਵੀ ਨਹੀਂ ਹੈ ਕਿ ਤੁਸੀਂ ਇਸ ਟਾਈਮ ਬਿਟਕੋਇਨ ਦੇ ਵਿੱਚ ਐਂਟਰ ਹੋ ਜਾਓ ਕਿ ਯਾਰ ਹੁਣ ਹੋ ਸਕਦਾ ਹੈ ਕਿ $30,000 ਵੀ ਚਲਾ ਜਾਏ, ਜ਼ਰੂਰੀ ਨਹੀਂ ਹੈ, ਹੋ ਸਕਦਾ ਥੋੜਾ ਜਿਹਾ ਹੋਰ ਥੱਲੇ ਆਏ ਤੇ ਦੈਨ ਉੱਤੇ ਜਾਏ। ਤੇ ਆਪਾਂ ਬਿਲਕੁਲ ਇੱਕ ਇਨਫੋਰਮ ਡਿਸੀਜਨ ਲੈਣਾ ਹੈ, ਆਪਾਂ ਪੈਨਿਕ ਬਾਇੰਗ ਨਹੀਂ ਕਰਨੀ। ਹੁਣ ਐਬਸੋਲੂਟਲੀ ਅੰਗਦ, ਐਬਸੋਲੂਟਲੀ। ਤੇ ਇੱਕ ਮੈਂ ਕੱਲ ਇੱਕ ਮੈਂ ਟਵੀਟ ਵੇਖਿਆ ਸੀ ਫਰਮ ਮਾਈਕਲ ਵੈਨ ਡੇ ਪੌਪ, ਕ੍ਰਿਪਟੋ ਮਾਈਕਲ NL ਟਵੀਟ ਹੈਂਡਲ, ਤੇ ਹੀ ਸੈਡ, ਤੇ ਇਹਨਾਂ ਦਾ ਮੈਂ ਟਵੀਟ ਰੀਟਵੀਟ ਵੀ ਕੀਤਾ ਸੀ ਆਪਣੇ ਟਵਿੱਟਰ ਤੇ, ਕਿ ਐਲਟ ਕੋਇਨਸ ਆਰ ਰੈਂਡਮਲੀ ਪੰਪਿੰਗ ਹਾਰਡ, ਸਮਟਾਈਮਸ ਇਵਨ 100%। ਤੇ ਜਿਹੜੇ ਹੁਣ ਨਵੇਂ ਲੋਕੀ ਇਨਵੈਸਟ ਕਰ ਰਹੇ ਨੇ ਤੇ ਐਂਟਰ ਕਰ ਰਹੇ ਨੇ ਬਿਟਕੋਇਨ ਦੀ ਮਾਰਕੀਟ ਦੇ ਵਿੱਚ, ਸਭ ਤੋਂ ਵੱਡੀ ਉਹ ਜਿਹੜਾ ਮਿਸਟੇਕ ਬਹੁਤ ਸਾਰੇ ਲੋਕੀ ਕਰਦੇ ਨੇ, ਜਿਹੜਾ ਪਹਿਲਾ ਸਟੈਪ ਤੇ ਸਭ ਤੋਂ ਵੱਡੀ ਮਿਸਟੇਕ, ਕਿ ਉਹ ਜਾ ਕੇ ਰੈਂਡਮ ਐਲਟ ਕੋਇਨਸ ਦੇ ਵਿੱਚ ਪੈਸਾ ਪਾਣਾ ਸ਼ੁਰੂ ਕਰ ਦਿੰਦੇ ਨੇ, ਜੋ ਬਹੁਤ ਹੀ ਰਿਸਕੀ ਹੈ ਬੁਲ ਮਾਰਕੀਟ ਦੇ ਵਿੱਚ, ਕਿਉਂਕਿ ਯੂ ਆਰ ਕਾਈਂਡ ਆਫ ਲਾਈਕ ਚੇਸਿੰਗ ਅ ਚਾਂਸ, ਹੈ ਨਾ, ਕਿ ਹੋਪਫੁਲੀ ਇਹ ਹੋ ਜਾਏਗਾ, ਹੋਪਫੁਲੀ। ਤੇ ਆਈ ਥਿੰਕ ਬੁਲ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਬਹੁਤ ਹੈਲਦੀ ਪਰਫਾਰਮ ਕਰ ਰਹੀ ਹੈ, I think Bitcoin ਤੇ Ethereum tend to be the most, especially Bitcoin tends to be the most safest relatively, ਤੇ stable in a way, ਕਿ ਤੁਹਾਨੂੰ ਪਤਾ ਹੈ ਕਿ ਇਹਨੇ ਇੱਕਦਮ crash ਨਹੀਂ ਕਰਨਾ। So I think for ਨਵੇਂ investors Bitcoin is definitely the coin ਜਿਹਦੇ ਵਿੱਚ ਤੁਹਾਨੂੰ ਰਹਿਣਾ ਚਾਹੀਦਾ। Even the most advanced ਜਿਹੜੇ ਇਨਵੈਸਟਰਸ ਨੇ, most of the allocation portfolio ਦਾ ਉਹ Bitcoin ਵਿੱਚ ਹੀ ਰੱਖਦੇ ਨੇ। ਬਿਟਕੋਇਨ ਹੋ ਗਿਆ, ਇਥੀਰੀਅਮ ਹੋ ਗਿਆ, ਇਹ ਦੋ ਜੋ ਕੋਇਨਸ ਨੇ, ਤੁਸੀਂ ਇਹਦੇ ਵਿੱਚ ਆਪਣਾ ਪੋਰਟਫੋਲੀਓ ਰੱਖੋ, ਕਿਉਂਕਿ ਤੁਹਾਨੂੰ ਸਾਨੂੰ ਇਹ ਚੀਜ਼ ਪਤਾ ਹੈ ਕਿ ਅਗਰ ਹੋਰ ਕੋਇਨਸ ਡੰਪ ਵੀ ਹੋਣਗੇ, ਐਟ ਦੀ ਐਂਡ ਆਫ ਦਾ ਡੇ ਬਿਟਕੋਇਨ ਤੇ ਇਥੀਰੀਅਮ ਨਹੀਂ ਸਾਨੂੰ ਬਚਾਉਣਾ ਹੈ। ਜੇ ਸਾਡਾ ਇੱਕ ਮੇਜਰ, ਕੁਝ ਲੋਕੀ ਕੀ ਕਰਦੇ ਨੇ ਕਿ ਆਪਣਾ ਇੱਕ ਪੋਰਟਫੋਲੀਓ, ਜਿਵੇਂ ਲਾਈਕ ਉਹਨਾਂ ਦਾ 100% ਪੋਰਟਫੋਲੀਓ, ਉਹਨਾਂ ਨੇ ਆਪਣਾ 20% ਪੋਰਟਫੋਲੀਓ ਅਲੱਗ ਕਰਤਾ, ਜਿਹਦੇ 20% ਵਿੱਚ 10% ਦੇ ਇਥੀਰੀਅਮ ਨੇ, 10% ਦੇ ਬਿਟਕੋਇਨ ਨੇ, ਉਹ ਉਹਨਾਂ ਨੇ ਸਾਈਡ ਕਰਤੇ। ਬਾਕੀ 80% ਪੋਰਟਫੋਲੀਓ ਨਾਲ ਉਹ ਟ੍ਰੇਡ ਕਰ ਰਹੇ ਨੇ। ਉਹ ਵੀ ਨਹੀਂ ਕਿ 80% ਉਹ ਸਾਰਾ ਹੀ ਲਾਤਾ, ਉਹਨਾਂ ਨੇ ਡਿਵਾਈਡ ਕਰਕੇ ਉਹ ਟ੍ਰੇਡ ਕਰ ਰਹੇ ਨੇ, ਤਾਂ ਕਿ ਐਟ ਦੀ ਐਂਡ ਆਫ ਦਾ ਡੇ ਜੇ ਥੋੜਾ ਬਹੁਤ ਲਾਸ ਅਗਰ ਇੱਥੇ ਹੋ ਵੀ ਰਿਹਾ, ਤੇ ਬਿਟਕੋਇਨ ਇਥੀਰੀਅਮ ਦੇ ਵਿੱਚ ਜੋ ਉਹਨਾਂ ਦਾ ਪੋਰਟਫੋਲੀਓ ਸਾਈਡ ਤੇ ਆਲਰੇਡੀ ਪਿਆ, ਉਹ ਉਹਨਾਂ ਨੂੰ ਹੈਲਪ ਕਰੇਗਾ ਉਹਨਾਂ ਦੇ ਲਾਸਸ ਕਵਰ ਕਰਨ ਦੀ। So let's talk about that for a second. Angad, last night Elon Musk ਤੇ ਇੱਕ ਕ੍ਰਿਪਟੋ ਦੇ ਵਿੱਚ ਜੋ ਬਹੁਤ ਹੀ ਪਪੂਲਰ ਨਾਂ ਹੈ ਰੀਸੈਂਟਲੀ, ਮਾਈਕਲ ਸੇਲਰ, ਉਹਨਾਂ ਦੀ ਬਹੁਤ ਹੀ ਇੰਟਰਸਟਿੰਗ ਕਨਵਰਸੇਸ਼ਨ ਹੋਈ ਸੀ, ਤੇ ਪੂਰੀ ਦੁਨੀਆ ਨੂੰ, ਐਟਲੀਸਟ ਕ੍ਰਿਪਟੋ ਦੀ ਦੁਨੀਆ ਨੂੰ ਤੇ ਈਲਨ ਮਸਕ ਦੇ ਫਾਲੋਅਰਸ ਨੂੰ ਇੱਕ ਬਹੁਤ ਹੀ ਵੰਡਰਫੁਲ ਨਜ਼ਾਰਾ ਵੇਖਣ ਨੂੰ ਮਿਲਿਆ, ਜਿੱਥੇ ਅਸੀਂ ਦੋ ਬਹੁਤ ਹੀ ਪਾਵਰਫੁਲ ਬੰਦਿਆਂ ਨੂੰ ਇੱਕ ਆਲਮੋਸਟ ਲਾਈਕ ਅ ਬਿਜ਼ਨਸ ਡੀਲ ਦੀ ਜਿਵੇਂ ਡਿਸਕਸ਼ਨ ਟਾਈਪ ਵਾਈਬਸ ਅਸੀਂ ਵੇਖ ਰਹੇ ਸੀ, ਐਂਡ ਪੂਰਾ ਇੰਟਰਨੈਟ ਸਟਿਲ ਹੋ ਗਿਆ। ਆਈ ਐਮ ਪ੍ਰੀਟੀ ਸ਼ੋਰ ਇਟ ਬ੍ਰੋਕ ਟਵਿਟਰ। And basically what happened, guys, Elon Musk, ਜੇ ਤੁਸੀਂ ਜਾਣਦੇ ਹੋ, he is the CEO of SpaceX ਤੇ Tesla, ਤੇ Elon Musk Twitter ਦੇ ਉੱਤੇ he is known to make really quirky tweets every now and then, ਕੋਈ ਬਹੁਤ ਹੀ interesting photo ਜਾਂ Twitter tweet ਪਾ ਦਿੰਦੇ ਨੇ, so he's very interesting in that way. ਤੇ Michael Saylor is the CEO of MicroStrategy, ਜੋ it's a company ਤੇ ਨਾਂ ਜਿਨ੍ਹਾਂ ਨੇ last few months ਦੇ ਵਿੱਚ, especially last few weeks ਦੇ ਵਿੱਚ, ਉਹਨਾਂ ਨੇ millions and millions ਦੇ ਵਿੱਚ Bitcoin ਖਰੀਦਣੇ ਸ਼ੁਰੂ ਕਰਤੇ ਨੇ, and they're one of the first companies ਜੋ ਬਹੁਤ ਹੀ as an example they're leading the whole concept ਕਿ ਹੁਣ institutional money ਆ ਰਿਹਾ Bitcoin ਦੇ ਵਿੱਚ, ਇਸ ਕਰਕੇ ਉਹਦਾ ਪ੍ਰਾਈਸ ਵੱਧ ਰਿਹਾ। So basically last night Elon Musk ਨੇ ਇੱਕ ਫੋਟੋ ਪਾਈ ਜਿਹਦੇ ਵਿੱਚ, ਤੇ ਉਹਨੇ ਕੋਈ ਟਵੀਟ ਵੀ ਪਾਇਆ ਕਿ Bitcoin is as bullshit as fiat money, which is ਜਿਹੜਾ ਤੁਹਾਡਾ normal government issued local currency ਹੈਗੀ ਆ। And to that Michael Saylor ਨੇ ਕਿਹਾ
कि if you want to do your shareholders $100 billion favor, convert the Tesla balance sheet from USD to Bitcoin. Other firms on the S&P 500 will follow your lead, and in time it would grow to become 1 trillion favor. अंगद कि ਤੁਸੀਂ ਸਾਡੇ ਲਈ viewers ਲਈ tweet decode ਕਰ ਸਕਦੇ ਹੋ, translate ਕਰ ਸਕਦੇ ਹੋ simple words ਦੇ ਵਿੱਚ ਕਿ ਮਾਈਕਲ ਸੇਲਰ Elon Musk ਨੂੰ ਕੀ ਕਹਿ ਰਿਹਾ ਸੀ? ਉਹਦਾ ਇੱਕ ਮਤਲਬ ਉਹਨੂੰ ਇਨਡਾਇਰੈਕਟਲੀ ਇਹ ਚੀਜ਼ ਕਹਿ ਰਿਹਾ ਹੈ ਕਿ ਲਾਈਕ ਜੋ ਟੈਸਲਾ ਦੇ ਸ਼ੇਅਰਸ ਨੇ ਜਾਂ ਉਹਦੇ ਕੋਲ ਜੋ ਹੋਲਡਿੰਗਸ ਹੈ ਜਾਂ ਜੋ ਉਹਦੀ ਇਨਵੈਸਟਮੈਂਟ ਹੈ ਉਹ ਉਹਨੂੰ ਡਾਇਵਰਟ ਕਰੇ ਬਿਟਕੋਇਨ ਦੇ ਵਿੱਚ। ਤੇ ਉਹ ਇੱਕ ਐਲੋਨ ਮਸਕ ਇੱਕ ਐਗਜ਼ਾਮਪਲ ਹੈ ਬਹੁਤ ਸਾਰੇ ਲੋਕਾਂ ਲਈ। ਜੇ ਉਹ ਡਾਇਵਰਟ ਕਰੇਗਾ ਤੇ ਲੋਕ ਉਹਨੂੰ ਫੋਲੋ ਕਰਕੇ ਉਹ ਵੀ ਬਿਟਕੋਇਨ ਦੇ ਵਿੱਚ ਡਾਇਵਰਟ ਹੋਣਗੇ। ਤੇ ਉਹਦਾ ਕਹਿਣ ਦਾ ਮਤਲਬ ਹੈ ਕਿ ਅਗਰ ਜੇ ਤੂੰ $100 ਬਿਲੀਅਨ ਪਾਏਗਾ ਤੇ ਤੈਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਪਾਣਾ ਹੈ ਤੇ ਉਹ $100 ਬਿਲੀਅਨ ਕਦੋਂ 1 ਟ੍ਰਿਲੀਅਨ ਬਣ ਜਾਣਗੇ ਪਤਾ ਵੀ ਨਹੀਂ ਚੱਲੇਗਾ। ਉਹਦਾ ਕਹਿਣ ਦਾ ਇਹ ਮਤਲਬ ਸੀ। ਤੇ ਨੋ ਡਾਊਟ ਇਹ ਵੀ ਹੋ ਸਕਦਾ ਹੈ ਕਿ ਮਾਈਕਲ ਸੇਲਰ ਹੈਲਪ ਕਰੇ ਇਲੋਨ ਮਸਕ ਨੂੰ ਬਿਟਕੋਇਨ ਸਸਤੇ ਵਿੱਚ ਖਰੀਦਣ ਲਈ, ਬਿਕੋਜ਼ ਉਹਦੇ ਕੋਲ ਬਹੁਤ ਸਾਰੀ ਹੋਲਡਿੰਗਸ ਨੇ। ਉਹ ਮਾਰਕੀਟ ਨੂੰ ਥੋੜਾ ਬਹੁਤ ਮੈਨੀਪੂਲੇਟ ਕਰਕੇ ਤੇ ਟਰਾਈ ਕਰ ਸਕਦੇ ਨੇ ਕਿ ਆਪਾਂ ਆਪਣੇ ਫਰੈਂਡ ਨੂੰ ਵੀ ਸਸਤੇ ਦਿਲਵਾ ਦਈਏ ਤੇ ਆਪਾਂ ਵੀ ਸਸਤੇ 'ਚ ਹੋਰ ਲੈ ਲਈਏ। ਤੇ ਐਨੀਥਿੰਗ ਕੈਨ ਹੈਪਨ। Anything can happen. You're absolutely right, because respond to baad Elon Musk the tweet aaya ki are such large transactions even possible? Basically Elon Musk फिर माइकल सेलर ਨੂੰ ਪੁੱਛਦਾ ਹੈ ਕਿ ਇੰਨੇ ਵੱਡੇ transaction $100 billion ਦਾ ਕੀ ਇਹ possible ਹੈਗੀ ਇਹ ਚੀਜ਼? And didn't stop there. For Michael Saylor ने जो response ਦਿੱਤਾ, so boss. Basically Michael ने किया, yes, I have purchased over $1.3 billion in Bitcoin in past months and would be happy to share my playbook with you offline from one rocket scientist to another. Basically Michael Saylor ਕਹਿੰਦਾ ਹੈ ਕਿ it's possible ਹੈਗਾ ਤੇ ਮੈਂ last few months ਦੇ ਵਿੱਚ ਮੈਂ over 1.3 billion USD ਖਰੀਦੇ ਨੇ ਤੇ I'm happy ਮੈਂ ਤੁਹਾਡੇ ਨਾਲ I can share my playbook with you ਕਿ ਮੈਂ ਕਿਵੇਂ ਕੀਤਾ, what strategies I used from one rocket scientist to another. So Angad, I don't think ਕਿ ਅਸੀਂ ਤੋਂ ਪਹਿਲਾਂ ਇੰਨੀ ਵੱਡੀ iconic conversation which involves powerful names and so much money on a public domain, on social media, openly. I don't think we've seen that before, and ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ turning point ਵੀ ਹੈਗਾ। ਇਹਨਾਂ ਨੇ ਮਤਲਬ ਇਹ ਨਹੀਂ ਕਹਿ ਸਕਦੇ ਕਿ ਇਲੋਨ ਮਸਕ ਨੂੰ ਪਤਾ ਨਹੀਂ ਹੋਏਗਾ ਬਿਟਕੋਇਨ ਦੇ ਬਾਰੇ ਕਿਵੇਂ ਲੈਣਾ ਹੈ। ਉਹ ਸਿਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨੇ ਟਵਿੱਟਰ ਤੇ ਇੱਕ ਸਿਗਨਲ ਦਿੱਤਾ ਹੈ ਕਿ ਆਈ ਐਮ ਗੋਇੰਗ ਆਫਟਰ ਬਿਟਕੋਇਨ। ਤੇ ਉਹ ਮਤਲਬ ਉਹਨੇ ਲੋਕਾਂ ਨੂੰ ਇੱਕ ਸਿਗਨਲ ਦੇ ਦਿੱਤਾ ਕਿ ਹਾਂ ਬਈ ਮੈਂ ਬਿਟਕੋਇਨ ਦੇ ਪਿੱਛੇ ਜਾ ਰਿਹਾ। ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਕੋਲ ਨਹੀਂ ਹੋਣਗੇ। ਹੋ ਸਕਦਾ ਕਿ ਉਹਨੇ ਪਹਿਲੇ ਹੀ ਲੈ ਲਏ ਹੋਣ, ਜਾਂ ਹੋ ਸਕਦਾ ਕਿ ਉਹ ਮਾਈਕਲ ਸੇਲਰ ਨਾਲ ਆਪਣਾ ਜੋ ਵੀ ਡੀਲ ਕਰੇ, ਜੋ ਵੀ ਉਹ ਪਲੈਨਿੰਗ ਕਰਨ ਤਾਂ ਕਿ ਉਹ ਵੀ ਲੈ ਸਕੇ ਤੇ ਮਤਲਬ ਮਾਈਕਰੋ ਸਟ੍ਰੈਟੇਜੀ ਵੀ ਲੈ ਸਕੇ। ਕੁਝ ਵੀ ਹੋ ਸਕਦਾ ਹੈ। PR stunt, it could be a PR stunt, ਸਾਨੂੰ ਨਹੀਂ ਪਤਾ। ਤੇ ਉਹ ਟੈਕ ਜਾਇੰਟ ਹੈ ਤੇ ਜੋ ਇਲੋਨ ਮਸਕ ਹੈ ਉਹ ਤੇ ਵੈਸੇ ਹੀ ਮਤਲਬ ਕਾਫੀ ਜੀਨੀਅਸ ਬੰਦਾ ਤੇ ਉਹਨੇ ਤੇ ਆਪਣੀ ਸਟੱਡੀ ਤੇ ਪ੍ਰੋਪਰ ਕਰਕੇ ਰੱਖੀ ਹੋਏਗੀ ਤੇ ਉਸ ਤੋਂ ਬਾਅਦ ਹੀ ਉਹਨੇ ਟਵੀਟ ਕੀਤਾ ਹੋਏਗਾ ਕਿ ਹੁਣ ਇਸ ਤੋਂ ਬਾਅਦ ਹਾਈਪ ਵਧੇਗੀ ਤੇ ਹੁਣ ਹਾਈਪ ਵੱਧ ਵੀ ਰਹੀ ਹੈ। And we've seen it before as well. I think ਕਿ Elon Musk ਨੇ ਕੁਝ ਮਹੀਨਿਆਂ ਪਹਿਲਾਂ I think Dogecoin ਦਾ ਇੱਕ meme ਉਹਨੇ share ਕੀਤਾ ਸੀ ਆਪਣੇ Twitter ਤੇ, and after that Dogecoin started pumping. ਉਹ ਕਾਫੀ ਜ਼ਿਆਦਾ ਪੰਪ ਹੋਇਆ ਸੀ। ਅਰਾਊਂਡ ਮੈਨੂੰ ਇਹ ਪਤਾ ਹੈ ਕਿ ਇੰਡੀਆ 'ਚ ਅਰਾਊਂਡ ਸਵੇਰੇ 6-7 ਵਜੇ ਦਾ ਟਾਈਮ ਸੀਗਾ ਤੇ ਬਹੁਤ ਜ਼ਿਆਦਾ ਪੰਪ ਹੋਇਆ ਸੀ। ਜਿਨ੍ਹਾਂ ਨੇ ਫਿਊਚਰਸ ਤੇ ਆਪਣੀ ਟ੍ਰੇਡ ਓਪਨ ਕਰ ਲਈ ਸੀ ਤੇ ਉਹਨਾਂ ਦਾ ਤੇ ਕਾਫੀ ਜ਼ਿਆਦਾ ਫਾਇਦਾ ਹੋਇਆ। ਲੇਕਿਨ ਹਾਂ ਥੋੜੇ ਟਾਈਮ ਬਾਅਦ ਉਹੀ ਡੋਜਕੋਇਨ ਦੁਬਾਰਾ ਡੰਪ ਹੋ ਕੇ ਉੱਥੇ ਤੇ ਆ ਗਿਆ ਸੀ, ਬਟ ਇਲੋਨ ਮਸਕ ਨੇ ਉਹਨੂੰ ਪੰਪ ਜ਼ਰੂਰ ਕੀਤਾ ਸੀ ਤੇ ਉਹ ਕਾਫੀ ਅੱਛਾ ਪੰਪ ਹੋਇਆ ਸੀ। Very interesting. So let's see what happens. But I think ਜਿਹੜੀ conversation, tying it to this week, Bitcoin, I think there's no stopping now. I think ਹੁਣ ਬਸ Bitcoin ਨੇ ਚੜੀ ਜਾਣਾ ਹੈ, and I think maybe end of this week ਮੈਨੂੰ ਲੱਗਦਾ ਹੈ ਕਿ we can even see crossing of 25,000. ਬਿਲਕੁਲ ਆਰਾਮ ਨਾਲ ਦੇਖ ਸਕਦੇ ਹਾਂ ਆਪਾਂ। ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਹੁਣ ਜੇ ਇੰਨੇ ਸਾਰੇ ਸਿਗਨਲ ਆ ਹੀ ਰਹੇ ਨੇ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਉਹ 25,000 ਚਲਾ ਜਾਏ, 30,000 ਚਲਾ ਜਾਏ। ਕਿਉਂਕਿ ਉਹ ਸਿਗਨਲ ਤੇ ਇਲੋਨ ਮਸਕ ਨੇ ਵੀ ਦੇ ਦਿੱਤਾ। ਹੋ ਸਕਦਾ ਕਿ ਉਹ ਇਸ ਵੀਕ 'ਚ ਕੁਝ ਅਨਾਉਂਸਮੈਂਟ ਹੋਰ ਕਰ ਦੇ ਕਿ ਮੈਂ ਲੈ ਵੀ ਲਏ ਨੇ। Anything can happen. So exciting, very exciting. So hopefully guys, this ਜਿਹੜੀ ਸਾਡੇ ਅਸੀਂ this episode helps you to understand ਕਿ ਕਿਵੇਂ ਮਾਰਕੀਟ ਬਣਦੀ ਹੈ ਤੇ ਕਿਵੇਂ ਕੀ ਫੈਕਟਰਸ ਨੇ ਜਿਹੜੇ ਕੰਟਰੀਬਿਊਟ ਹੁੰਦੇ ਨੇ ਜਦੋਂ ਵੀ
ਕੋਈ ਸ਼ੇਅਰ ਜਾਂ ਕ੍ਰਿਪਟੋ ਕਰੰਸੀ ਸਪੈਸ਼ਲੀ ਕ੍ਰਿਪਟੋ ਕਰੰਸੀਜ਼ ਦੇ ਵਿੱਚ ਜਦੋਂ ਉਹਨਾਂ ਦਾ ਪ੍ਰਾਈਸ ਵੱਧਦਾ ਹੈ ਜਾਂ ਜਦੋਂ ਮਾਰਕੀਟ ਬਹੁਤ ਹੀ ਬੁਲਿਸ਼ ਹੁੰਦੀ ਹੈ। ਸੋ ਗਾਇਸ ਨੈਕਸਟ ਹਫਤੇ ਅਸੀਂ ਗੱਲ ਕਰਾਂਗੇ ਟੈਥਰ ਦੇ ਬਾਰੇ which is the top 4th cryptocurrency ਤੇ ਇਟਸ ਅ coin ਜਿਹੜਾ ਬਹੁਤ ਹੀ ਟ੍ਰਾਂਸਫਰਸ ਲਈ ਤੇ ਰੈਮਿਟੈਂਸਸ ਲਈ ਤੇ ਪੇਮੈਂਟਸ ਲਈ ਯੂਜ਼ਡ ਹੁੰਦਾ ਹੈ। other than this guys ਜੇ ਤੁਹਾਡੇ ਹੋਰ ਕੋਈ ਕੁਐਸਚਨਸ ਨੇ for any specific cryptocurrencies ਜਾਂ ਇਹ ਦੁਨੀਆ ਦੇ ਬਾਰੇ ਤੇ ਪਲੀਜ਼ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।